ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਗੀਤਾ ਸਾਹਿਬ ਵੈਲਕਮ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ੍ਰੀ ਅਕਾਲ ਸਰ, ਦਰਸ਼ਕਾਂ ਸਰੋਤਿਆਂ ਨੂੰ ਧੰਨਵਾਦ ਚਾਵਲਾ ਸਾਹਿਬ ਨਾਲ ਜੁੜਨ ਲਈ ਸ਼ੁਕਰੀਆ ਤੁਹਾਡਾ। ਕੀ ਹਾਲ ਚਾਲ? ਠੀਕ ਠਾਕ? ਹਾਂ ਚਾਵਲਾ ਸਾਹਿਬ ਬਹੁਤ ਵਧੀਆ। ਮੌਸਮ ਵੀ ਜਨਵਰੀ ਦਾ ਮਹੀਨਾ ਹੈ ਔਰ ਠੰਡੀਆਂ ਰੁੱਤਾਂ ਦੇ ਵਿੱਚ ਰਾਜਨੀਤੀ ਕਾਫੀ ਗਰਮਾਈ ਹੋਈ ਹੈ। ਵੱਖ-ਵੱਖ ਤਰ੍ਹਾਂ ਦੇ ਬਿਆਨ ਆ ਰਹੇ ਨੇ। ਬਿਆਨ ਵੀ ਇਹੋ ਜਿਹੇ ਨੇ ਕਿ ਸੁਣ ਕੇ ਗੁੱਸਾ ਵੀ ਆਉਂਦਾ, ਹਾਸਾ ਵੀ ਆਉਂਦਾ ਅਤੇ ਅਕਲ ਦਾ ਜਨਾਜ਼ਾ ਵੀ ਇਹ ਲੋਕ ਕਰਦੇ ਨੇ ਵੀ ਚੁਣੇ ਵੀ ਇਹਨਾਂ ਨੇ ਹੀ ਜਾਣਾ, ਇਹਨਾਂ ਵਿੱਚੋਂ ਕਿਸੇ ਨੇ ਚੁਣੇ ਜਾਣਾ। ਅਤੇ ਸਾਡੇ ਪੰਜਾਬ ਦੀ, ਭਾਰਤ ਦੇ ਵਿੱਚ ਵੱਖ-ਵੱਖ ਸੂਬਿਆਂ ਦੀ ਅਤੇ ਦੇਸ਼ ਦੀ ਸੰਵਿਧਾਨ ਦੀ ਸਹੁੰ ਚੁੱਕ ਕੇ ਇਹਨਾਂ ਨੇ ਦੇਸ਼ ਨੂੰ ਅਗਾਂਹ ਤਰੱਕੀ ਵਾਲੇ ਪਾਸੇ ਲੈ ਕੇ ਜਾਣਾ। ਸੂਬੇ ਨੂੰ ਅੱਗੇ ਲੈ ਕੇ ਜਾਣ ਬਾਰੇ ਸੋਚਣਗੇ, ਪਰ ਬਿਆਨ ਸੁਣ ਕੇ ਹਾਸਾ ਆਉਂਦਾ, ਗੁੱਸਾ ਆਉਂਦਾ ਵੀ ਆਹ ਇਹਨਾਂ ਦੀ ਸੋਚ ਹੈ। ਖੈਰ, ਆਪਾਂ ਸਟੂਡੀਓ ਦੇ ਨੰਬਰ ਦੇ ਦਈਏ 905 813 1320 9058131320। ਅੰਮ੍ਰਿਤਸਰ ਪੂਰਬੀ ਹਲਕਾ ਜਿਹੜਾ ਚਰਚਾ 'ਚ ਰਹੇਗਾ। ਹਰਜੀਤ ਗਰੇਵਾਲ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਨੂੰ ਨਵਜੋਤ ਸਿੱਧੂ ਦੇ ਖਿਲਾਫ ਚੋਣ ਲੜਨੀ ਚਾਹੀਦੀ ਹੈ। ਮਜੀਠੀਆ ਨੂੰ ਨਵਜੋਤ ਖਿਲਾਫ ਚੋਣ ਲੜਾਉਣ ਲਈ ਸੁਖਬੀਰ ਨੇ ਕਿਹਾ ਸਮਾਂ ਦੇਖਦੇ ਆ। ਕੀ ਕਹਿਣਾ ਚਾਹੋ? ਤਿੰਨ ਤਿਕੜੀ ਹੁਣ ਉੱਥੇ ਪੂਰਾ ਚਰਚਾ ਵਿੱਚ ਆ ਗਈ ਹੈ ਚਾਵਲਾ ਸਾਹਿਬ ਪੂਜੀ ਦੇ ਵਿੱਚ। ਦੇਖੋ, ਇੱਕ ਨਵਜੋਤ ਸਿੱਧੂ ਦਾ ਤਾਂ ਐਲਾਨ ਹੋ ਹੀ ਚੁੱਕਿਆ, ਉਹਦਾ ਚੋਣ ਲੜਨਗੇ। ਉੱਥੇ ਕਾਂਗਰਸ ਨੇ ਲਿਸਟ ਜਾਰੀ ਕਰ ਦਿੱਤੀ ਆ। ਤੇ ਹਰਜੀਤ ਗਰੇਵਾਲ ਜਿਹੜੇ ਕਿ ਬਹੁਤ ਚਹੇਤੇ ਹੈਗੇ ਆ ਕੇਂਦਰੀ ਹਾਈ ਕਮਾਂਡ ਭਾਜਪਾ ਦੇ, ਕਿਉਂਕਿ ਕਿਸਾਨੀ ਸੰਘਰਸ਼ ਦੇ ਵਿੱਚ ਉਹਨਾਂ ਨੇ ਇਸ ਸੰਦਰਭ ਵਿੱਚ ਕਿਸਾਨਾਂ ਦੇ ਖਿਲਾਫ ਬੜਾ ਵੱਡਾ ਰੋਲ ਨਿਭਾਇਆ। ਕਾਫੀ ਗਾਲਾਂ ਖਾਧੀਆਂ, ਚਹੇਤੇ ਬਣ ਗਏ ਸੀਗੇ ਉਹ। ਤੇ ਉਹਨਾਂ ਦਾ ਬਾਈਕਾਟ ਵੀ ਕੀਤਾ ਹੋਇਆ ਸੀਗਾ ਕਿਸਾਨਾਂ ਵੱਲੋਂ ਪੰਜਾਬ ਦੇ ਵਿੱਚ। ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਨਵਜੋਤ ਸਿੱਧੂ ਦੇ ਖਿਲਾਫ ਚੋਣ ਲੜਨੀ ਚਾਹੀਦੀ ਆ। ਇਹ ਤਿੰਨ ਲੀਡਰ ਹੈਗੇ ਆ ਪੰਜਾਬ ਦੇ ਵਿੱਚ ਜਿਹੜੇ ਕਿ ਇੱਕ ਦੂਜੇ ਪ੍ਰਤੀ ਬੜਾ ਰੱਖਦੇ ਆ, ਇੱਕ ਦੂਜੇ ਪ੍ਰਤੀ ਬੜਾ ਪਿਆਰ ਤੇ ਬੜਾ ਸਤਿਕਾਰ ਰੱਖਦੇ ਆ। ਇਹਨਾਂ ਨੂੰ ਇਹ ਗੱਲ ਮੈਂ ਆਖੀ ਹੈ, ਗਰੇਵਾਲ ਨੇ ਆਖੀ, ਬੜਾ ਸਤਿਕਾਰ ਰੱਖਦੇ ਆ ਇਹ, ਤੇ ਇੱਕ ਦੂਜੇ ਪ੍ਰਤੀ ਭਾਵਨਾਵਾਂ ਰੱਖਦੇ ਆ, ਇੱਕ ਦੂਜੇ ਪ੍ਰਤੀ ਗੱਲਾਂ ਵੀ ਕਰਦੇ। ਰਾਤ ਨੂੰ ਸੁਪਰੇ ਸਿਰ ਉੱਡਦੇ ਹੋਣਗੇ, ਇਕੱਠੇ ਕਿਵੇਂ ਲੜ ਲੈਣ ਇਹ। ਹਰਜੀਤ ਗਰੇਵਾਲ ਸਾਹਿਬ ਕਹਿੰਦੇ ਆ ਕਿ ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਨਾਲ ਚੰਗਾ ਨਹੀਂ ਕੀਤਾ, ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਨਵਜੋਤ ਸਿੱਧੂ ਦੇ ਸਾਹਮਣੇ ਟੱਕਰਨਾ ਚਾਹੀਦਾ। ਦੂਜੇ ਪਾਸੇ ਸਮਰਥਕਾਂ ਨੇ ਬੜੇ ਜ਼ੋਰ ਸ਼ੋਰ ਨਾਲ ਮਜੀਠੀਆ ਨੂੰ ਕਿਹਾ ਸੀਗਾ ਕਿ ਤੁਸੀਂ ਨਵਜੋਤ ਦੇ ਖਿਲਾਫ ਚੋਣ ਲੜੋ ਜੀ। ਤੇ ਨਵਜੋਤ ਨੇ ਕਿਹਾ ਸੀ ਹਾਂ, ਜੋ ਵਾਹਿਗੁਰੂ ਦੀ ਕਿਰਪਾ ਹੋਏਗੀ, ਆਪਾਂ ਤੁੱਛ ਹੈਗੇ ਆ ਜੀ, ਜੇਕਰ ਕੀੜੀ ਚਾਹੇ ਤਾਂ ਹੱਥ ਨਹੀਂ ਕਰਾ ਸਕਦੀ ਆ। ਤੇ ਮਰ ਆਪਣੇ ਨੂੰ ਤੁੱਛ ਕੀੜੀ ਸਮਝਦੇ ਆ। ਨਵਜੋਤ ਨੂੰ ਹੱਥ ਦਾ ਸਗਮਾ ਦਿੱਤਾ ਸੀ ਉਹਨੇ। ਤੇ ਉਸ ਤੋਂ ਬਾਅਦ ਕੱਲ ਫਿਰ ਸੁਖਬੀਰ ਬਾਦਲ ਨੂੰ ਪੁੱਛਿਆ ਗਿਆ ਸਵਾਲ ਇਹ ਪੱਤਰਕਾਰਾਂ ਵੱਲੋਂ ਕਿ ਕੀ ਤੁਸੀਂ ਲੜਾ ਰਹੇ ਹੋ ਮਜੀਠੀਆ ਨੂੰ ਨਵਜੋਤ ਦੇ ਖਿਲਾਫ? ਉਹ ਕਹਿੰਦੇ ਆ ਬਈ ਹਾਂ, ਇਹ ਵੀ ਹੋ ਸਕਦਾ, ਕਹਿੰਦਾ ਕੋਈ ਚੱਕਰ ਨਹੀਂ, ਅਸੀਂ ਸੋਚ ਰਹੇ ਹਾਂ। ਤੁਸੀਂ ਚਾਹੁੰਦੇ ਹੋ ਕਿ ਲੜੇ ਮਜੀਠੀਆ ਨਵਜੋਤ ਦੇ ਖਿਲਾਫ? ਉਹ ਪੱਤਰਕਾਰ ਕਹਿੰਦੇ ਹਾਂ ਅਸੀਂ ਚਾਹੁੰਦੇ ਹਾਂ। ਕਹਿੰਦਾ ਫਿਰ ਆਪਾਂ ਸੋਚ ਲੈਂਦੇ ਹਾਂ। ਹੁਣ ਇਹ ਕੱਲ ਕਾਫੀ ਚਰਚਾ 'ਚ ਰਿਹਾ, ਇਹ ਸਿਸਟਮ ਕਾਫੀ ਚਰਚਾ 'ਚ ਰਿਹਾ ਕੱਲ ਚਾਵਲਾ ਸਾਹਿਬ। ਤਿੰਨਾਂ ਨੂੰ ਦਿਖਾ ਕੇ ਵਰਸਿਸ ਫਲਾਣਾ, ਵਰਸਿਸ ਨਵਜੋਤ, ਵਰਸਿਸ ਕੈਪਟਨ, ਵਰਸਿਸ ਮਜੀਠੀਆ ਕਰਕੇ ਕੱਲ ਇਲੈਕਟ੍ਰੋਨਿਕ ਮੀਡੀਆ ਤਾਂ ਬਹੁਤ ਜ਼ਿਆਦਾ ਦਿਖਾਏ ਨੇ ਗ੍ਰਾਫ ਇਹਨਾਂ ਦੇ ਪੂਰਬੀ ਤੋਂ ਵੀ ਇਹ ਲੜਨਗੇ ਚੋਣ ਤੇ ਨਹੀਂ। ਪਰ ਕੱਲ ਅਜੇ ਤੱਕ ਕੋਈ ਐਲਾਨ ਨਹੀਂ ਹੋਇਆ ਕਿਸੇ ਦਾ। ਸਿਰਫ ਚਰਚਾ ਬਹੁਤ ਗਰਮ ਹੈ ਕਿ ਨਵਜੋਤ ਸਿੱਧੂ ਨੂੰ ਕਿਸੇ ਵੀ ਤਰੀਕੇ ਨਾਲ ਹਰਾਉਣ ਵਾਸਤੇ ਕੰਮ ਕੀਤਾ ਜਾਵੇਗਾ। ਇਹ ਗੱਲ ਕੈਪਟਨ ਅਮਰਿੰਦਰ ਸਿੰਘ ਵੀ ਪਹਿਲਾਂ ਕਹਿ ਚੁੱਕੇ ਆ ਕਿ ਨਵਜੋਤ ਕਿਤੋਂ ਵੀ ਲੜੇ, ਅਸੀਂ ਉਹਨੂੰ ਹਰਾਉਣ ਵਾਸਤੇ ਪੂਰਾ ਕੰਮ ਕਰਾਂਗੇ। ਇਹ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਕਹਿ ਚੁੱਕੇ ਆ। ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਚੋਣਾਂ ਦੇ ਵਿੱਚ ਅੰਮ੍ਰਿਤਸਰ ਤੋਂ ਅਰੁਣ ਜੇਟਲੀ ਨੂੰ ਹਰਾਇਆ ਸੀ। ਇਸ ਕਰਕੇ ਕੈਪਟਨ ਦੇ ਵਿੱਚ ਦਮਖਮ ਹੈ ਕਿ ਮੈਂ ਇਹ ਕਰ ਸਕਦਾ। ਬੇਸ਼ੱਕ ਉਸ ਵੇਲੇ ਉਹ ਕਾਂਗਰਸ ਵਿੱਚ ਸੀਗਾ। CM ਚੰਨੀ ਨੇ ਕਿਹਾ ਹੈ ਕਿ 2018 ਦੀ FIR ਵਿੱਚ ਮੇਰੇ ਭਾਂਜੇ ਦਾ ਨਾਮ ਨਹੀਂ ਹੈ। ਇਹ ਛਪਿਆ ਹੈ ਕਿ ED ਦੇ ਅਫਸਰਾਂ ਨੇ ਕਿਹਾ ਹੈ ਕਿ ਫਿਰੋਜ਼ਪੁਰੀ ਫੇਰੀ ਨੂੰ ਯਾਦ ਰੱਖਣਾ। ਇਹ ਕਿਹਨੇ ਕਿਹਾ? ਹਾਂ ਚਾਵਲਾ ਸਾਹਿਬ, ਅਸਲ 'ਚ CM ਚੰਨੀ ਜਿਹੜੇ ਹੈਗੇ ਆ ਨਾ, ਉਹ ਕਹਿੰਦੇ ਆ ਕਿ ਜਦੋਂ ਸ਼ੁਰੂਆਤੀ FIR ਹੋਈ ਆ ਉਹਦੇ ਵਿੱਚ ਮੇਰੇ ਜੋ ਭਾਣਜਾ ਹੈਗਾ ਭੁਪਿੰਦਰ ਸਿੰਘ, ਉਹਦਾ ਨਾਂ ਕਿਤੇ ਹੈ ਨੀਗਾ, ਤੇ ਇਹ ਬਾਅਦ ਵਿੱਚ ਨਾਂ ਕਿੱਥੋਂ ਆ ਗਿਆ। ਤੇ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਦੋਂ ਨਾ ਇੱਥੋਂ ED ਵਾਲੇ ਗਏ ਨੇ ਛਾਪਾ ਮਾਰ ਕੇ, ਬਾਅਦ 'ਚ ਗਏ ਜਾਂਦੇ ਉਹ ਗੱਲ ਕਹਿ ਕੇ ਗਏ ਆ। ਚੰਨੀ ਕਹਿੰਦਾ ਗੱਲ ਇਹ ਕਿ ਉਹ ਕਹਿ ਗਿਆ ਕਿ ਫਿਰੋਜ਼ਪੁਰ ਵਾਲੀ CM ਫੇਰੀ ਨੂੰ ਯਾਦ ਰੱਖਣਾ ਤੁਸੀਂ। ਤੇ ਇਹ ਗੱਲ ਕਹਿੰਦਾ ਉਹਨਾਂ ਨੇ ਕਹੀ ਹੈ ਗੱਲ। ਜੇਕਰ ਇਹ ਸੱਚੀ ਗੱਲ ਆ, ਚੰਨੀ ਕਹਿੰਦੇ ਆ ਕਿ ਯਾਦ ਰੱਖਣਾ ਦਾ ਮਤਲਬ ED ਉੱਧਰ ਨੂੰ ਕਿ ਉਹੀ ਕੰਮ ਕਰਨ ਲੱਗੇ ਜੋ ਕਹਿ ਰਹੇ ਆ ਕਿ PM ਬਦਲਾ ਲੈ ਰਹੇ ਆ ਮੇਰੇ ਤੋਂ ਕਿ ਮੈਂ ਉਹਨਾਂ ਦੀ ਰੈਲੀ ਕਾਮਯਾਬ ਕਰਨ ਵਿੱਚ ਰੋਲ ਨਹੀਂ ਨਿਭਾਇਆ। ਸ਼ਾਇਦ ਇਹੀ ਕੰਮ ਕਰ ਰਹੇ ਆ।
ਤੇ ਇਹ ਗੱਲ ਚੋਣ ਕਮਿਸ਼ਨ ਕੋਲ ਵੀ ਪਹੁੰਚੀ ਹੈ। ਕੱਲ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਈਡੀ ਦੇ ਛਾਪੇ ਜਿਹੜੇ ਹੈਗੇ ਆ ਇਹ ਚੋਣ ਜ਼ਾਬਤੇ ਦੀ ਉਲੰਘਣਾ ਹੈਗੇ ਆ, ਇਸ ਕਰਕੇ ਇਹ ਛਾਪੇ ਰੋਕੇ ਜਾਣੇ ਚਾਹੀਦੇ ਆ। ਬੇਸ਼ੱਕ ਕੁਝ ਵੀ ਹੋਵੇ ਚਾਵਲਾ ਸਾਹਿਬ, ਪਰ ਇੱਕ ਗੱਲ ਤਾਂ ਸਾਫ਼ ਹੈ ਨਾ ਕਿ ਪੈਸੇ ਤਾਂ ਮਿਲੇ ਆ ਨਾ ਉੱਥੋਂ ਜੀ। 10 ਕਰੋੜ ਰੁਪਇਆ ਤਾਂ ਆਪਾਂ ਛੁਪਾ ਸਕਦੇ ਨਾ ਕਿ ਉਹ ਈਡੀ ਦੇ ਲੈ ਕੇ ਗਿਆ ਉੱਥੇ ਆਪਣੇ ਬੈਗ ਭਰ ਕੇ ਜੀ, ਆਪਣੇ ਕੋਲੋਂ ਪੈਸੇ ਤਾਂ ਮਿਲੇ ਆ ਉੱਥੋਂ। ਤੇ ਇਹ ਗੱਲ ਦੀ ਚਰਚਾ ਤਾਂ ਲੰਮੇ ਪੱਧਰ ਤੇ ਹੋ ਰਹੀ ਹੈ ਨਾ, ਤੇ ਇਸ ਨੂੰ ਜਿਹੜੇ ਪੈਸੇ ਮਿਲੇ ਨੇ ਇਹਦੇ ਬਾਰੇ ਕਿਸੇ ਪੱਤਰਕਾਰ ਨੇ ਚੰਨੀ ਸਾਹਿਬ ਨੂੰ ਜਾਂ ਉਹਨਾਂ ਦੇ ਕਿਸੇ ਨਜ਼ਦੀਕੀ ਨੂੰ ਸਵਾਲ ਪੁੱਛਿਆ ਹੋਵੇ ਵੀ ਇਹ ਜਿਹੜੀਆਂ ਪੰਡਾਂ ਮਿਲੀਆਂ ਨੇ ਪੈਸੇ ਦੀਆਂ ਬਜੀਆਂ ਹੋਈਆਂ, ਇਹ ਕਿੱਥੋਂ ਦੀਆਂ ਆਈਆਂ ਨੇ, ਕੌਣ ਲਿਆਇਆ, ਤੁਹਾਡੀਆਂ ਨੇ, ਤੁਸੀਂ ਇਹਦੇ ਬਾਰੇ ਕੋਈ ਸਪਸ਼ਟੀਕਰਨ ਦੇਣਾ ਚਾਹੋਗੇ? ਕਿਉਂਕਿ ਅਵਿਨਾਸ਼ ਖੰਨਾ ਨੇ ਕਿਹਾ ਕਿ ਈਡੀ ਦੇ ਛਾਪਿਆਂ ਨਾਲ ਭਾਜਪਾ ਦਾ ਕੋਈ ਸਬੰਧ ਨਹੀਂ। ਰਾਜਕੁਮਾਰ ਵੇਰਕਾ ਕਹਿੰਦੇ ਨੇ ਕਿ ਕੇਂਦਰ ਪੰਜਾਬ ਦਾ ਮੁੱਖ ਮੰਤਰੀ ਦਲਿਤ ਹੋਣ ਕਾਰਨ ਟਾਰਗੇਟ ਕਰ ਰਹੀ ਹੈ। ਆਪਾਂ ਆਪਣੇ ਬਿਆਨ ਚਾਵਲਾ ਸਾਹਿਬ ਆ ਰਹੇ ਨੇ। ਹੁਣ ਦੇਖੋ, ਇਹ ਵੇਰਕਾ ਸਾਹਿਬ ਨੇ ਵੀ ਕੱਲ ਪ੍ਰੈਸ ਕਾਨਫਰੰਸ ਕੀਤੀ ਆ, ਅਵਿਨਾਸ਼ ਖੰਨਾ ਨੇ ਵੀ ਕੱਲ ਕੀਤੀ ਆ। ਕਹਿੰਦੇ ਬਈ ਭਾਜਪਾ ਦਾ ਇਹਦੇ ਵਿੱਚ ਕੋਈ ਸੰਬੰਧ ਹੈ ਨਹੀਂਗਾ, ਐਵੇਂ ਵੈਸੇ ਕਹਿੰਦਾ ਸਾਡੇ ਦੋਸ਼ ਲਾ ਜਾ। ਈਡੀ ਇੱਕ ਸੰਵਿਧਾਨਕ ਸੰਸਥਾ ਹੈਗੀ, ਆਜ਼ਾਦ ਸੰਸਥਾ ਹੈਗੀ ਹੈ, ਤੇ ਆਜ਼ਾਦ ਸੰਸਥਾ ਕਿਤੇ ਤੇ ਵੀ ਜਾ ਕੇ ਕਿਸੇ ਉੱਪਰ ਜਾ ਕੇ ਅਟੈਕ ਕਰ ਸਕਦੀ ਹੈ, ਕਿਸੇ ਦੀ ਪੜਤਾਲ ਕਰ ਸਕਦੀ ਹੈ, ਕੋਈ ਬੰਦਾ ਵੀ ਹੋਵੇ, ਭਾਵੇਂ ਭਾਜਪਾ ਦਾ ਵੀ ਹੋਵੇ। ਪਰ ਅਵਿਨਾਸ਼ ਭਾਈ ਖੰਨਾ ਸ਼ਾਇਦ ਇਹ ਗੱਲ ਭੁੱਲ ਗਿਆ ਕਿ ਭਾਜਪਾ ਦੇ ਕਿਸੇ ਆਗੂ ਦੇ ਉੱਪਰ ਈਡੀ ਨੇ ਅਜੇ ਤੱਕ ਛਾਪੇਮਾਰੀ ਕਦੇ ਵੀ ਨਹੀਂ ਕੀਤੀ ਹੈਗੀ। ਤੇ ਉਹ ਭਾਜਪਾ ਦੇ ਉੱਪਰ ਜੇ ਕਰ ਲੈਂਦੇ ਤਾਂ ਆਪਾਂ ਕਹਿ ਲੈਂਦੇ ਵੀ ਹਾਂ ਨਿਰਪੱਖ ਹੈਗੀ ਏਜੰਸੀ ਹੈ, ਕੋਈ ਗੱਲ ਨਹੀਂ ਐਸੀ। ਕਿਉਂਕਿ ਭਾਜਪਾ ਦੇ ਉੱਪਰ ਬੜੇ ਵੱਡੇ ਦੋਸ਼ ਲੱਗੇ ਨੇ ਕਿ ਬੜੇ ਵੱਡੇ ਪੈਸੇ ਜ਼ਖੀਰੇ ਨੇ ਭਾਜਪਾ ਦੇ ਕੋਲ, ਇਹ ਦੋਸ਼ ਲੱਗ ਰਹੇ ਨੇ, ਵਿਰੋਧੀ ਕਹਿ ਰਹੇ ਨੇ। ਪਰ ਕਦੇ ਵੀ ਭਾਜਪਾਈਆਂ ਦੇ ਉੱਪਰ ਲੀਡਰ ਦੇ ਉੱਪਰ ਈਡੀ ਕਦੇ ਨਹੀਂ ਗਈ। ਪਰ ਰਾਜਕੁਮਾਰ ਵੇਰਕਾ ਕਹਿੰਦੇ ਆ ਕਿ ਦਲਿਤ ਮੁੱਖ ਮੰਤਰੀ ਹੈ ਜੀ, ਕਿਉਂਕਿ ਰਾਜਕੁਮਾਰ ਵੇਰਕਾ ਵੀ ਆਪਣੇ ਆਪ ਦਲਿਤ ਕਹਾਉਣ ਰਿਹਾ, ਤੇ ਕਹਿੰਦਾ ਮੈਂ ਵੀ ਦਲਿਤ ਹੈਗਾ, ਕਿਉਂਕਿ ਸਰਟੀਫਿਕੇਟ ਚ ਭਰ ਕੇ ਦਲਿਤ ਸੀਟ ਤੇ ਰਿਜ਼ਰਵੇਸ਼ਨ ਲੈ ਕੇ MLA ਬਣਦੇ ਆ ਉਹ। ਤੇ ਉਹ ਕਹਿੰਦੇ ਆ ਵੀ ਦਲਿਤ ਮੁੱਖ ਮੰਤਰੀ ਹੋਣ ਕਰਕੇ ਟਾਰਗੇਟ ਕੀਤਾ ਜਾ ਰਿਹਾ ਚੰਨੀ ਨੂੰ। ਤੇ ਹੁਣ ਇਹ ਦਲਿਤਾਂ ਦੀ ਗੱਲ ਆਪਣੀ ਆ ਜਾਂਦੀ। ਦੇਖੋ, ਹਰ ਇੱਕ ਚੀਜ਼ ਨਾਲ ਜੇ ਹੁਣ ਜਾਤ ਪਾਤ ਕਾਸਟ ਚੀਜ਼ ਨਾਲ ਜੋੜ ਲਈ ਆ, ਹਰ ਇੱਕ ਬੰਦਾ ਜੋੜਨ ਦੀ ਕੋਸ਼ਿਸ਼ ਕਰਦਾ ਕਿ ਮੈਨੂੰ ਤਾਂ ਕਰਕੇ ਕੀਤਾ ਜਾ ਰਿਹਾ ਕਿ ਜੀ ਮੈਂ ਵੀ ਫਲਾਣਾ ਦਲਿਤ ਹੈਗਾ ਜੀ, ਜਾਂ ਮੈਂ ਸਿੱਖ ਹੈਗਾ ਜੀ, ਮੈਂ ਘੱਟ ਗਿਣਤੀਆਂ ਹੈਗਾ ਜੀ, ਮਿਨੋਰਟੀ ਹੈਗਾ। ਜਦੋਂ ਸੱਚੀ ਮੁੱਚੀ ਏਦਾਂ ਹੁੰਦਾ ਹੈ ਕਿ ਜਿਵੇਂ ਕਿ ਯੂਪੀ ਵਿੱਚ ਹੋਇਆ, ਸਿਰਫ ਮੁਸਲਮਾਨ ਤਰਦ ਕੀਤੇ ਗਏ ਆ ਜੋਗੀ ਵੱਲੋਂ, ਤਾਂ ਗੱਲ ਮੰਨੀ ਜਾ ਸਕਦੀ ਆ। ਪਰ ਜਦੋਂ ਤੁਸੀਂ ਜੇ ਤੁਹਾਡੇ ਕੋਲੇ ਫੜੇ ਗਏ ਨੇ ਪੈਸੇ, ਤਾਂ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਦਲਿਤ ਮੁੱਖ ਮੰਤਰੀ ਕਰਕੇ ਟਾਰਗੇਟ ਕੀਤਾ ਜਾ ਰਿਹਾ? ਏਦਾਂ ਨਹੀਂ। ਹਾਂ, ਇਹ ਗੱਲ ਤਾਂ ਹੋ ਸਕਦੀ ਹੈ ਚਾਵਲਾ ਸਾਹਿਬ ਕਿ ਈਡੀ ਜਿਹੜੀ ਹੈਗੀ ਆ ਨਾ, ਉਹ ਨਿਰਪੱਖ ਏਜੰਸੀ ਹੋਣੀ ਚਾਹੀਦੀ ਆ। ਤੇ ਨਿਰਪੱਖਤਾ ਉਹਦੇ ਵਿੱਚ ਉਦੋਂ ਨਜ਼ਰ ਨਹੀਂ ਆਉਂਦੀ ਜਦੋਂ ਕਿਸੇ BJP ਦੇ ਘਰ ਕੋਈ ਰੇਡ ਮਾਰਨੀ ਹੁੰਦੀ ਹੈ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦਾ ਮਾਮਲਾ ਕਾਫੀ ਜਿਹੜਾ ਹੈ ਉਹ ਹੁਣ ਇਸ ਵਕਤ ਫਿਰ ਕਿਉਂਕਿ ਚੋਣਾਂ ਦੇ ਨਜ਼ਦੀਕ ਕਈ ਲੋਕ ਇੱਧਰ ਨੂੰ ਕਹਿ ਰਹੇ ਨੇ ਕਿ ਬਾਕੀ ਪਾਰਟੀਆਂ ਨੂੰ ਕਿਉਂ ਨਹੀਂ, ਬਾਕੀ ਪਾਰਟੀਆਂ ਦਾ ਕਿਉਂ ਨਹੀਂ ਜਿਹੜਾ ਹੈ ਉਹ ਘੇਰਾਬੰਦੀ ਕੀਤੀ ਜਾ ਰਹੀ, ਉਹਨਾਂ ਨੂੰ ਕਿਉਂ ਨਹੀਂ ਪੁੱਛਿਆ ਜਾ ਰਿਹਾ, ਸਿਰਫ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ। ਇਸ ਕਰਕੇ ਸਵਾਲ ਤਾਂ ਸਿੱਧਾ ਜਵਾਬ ਮਿਲ ਜਾਂਦਾ। ਸਿੱਖ ਜਥੇਬੰਦੀਆਂ ਤੋਂ ਪ੍ਰੋਫੈਸਰ ਭੁੱਲਰ ਦੀ ਪਤਨੀ ਨਵਨੀਤ ਕੌਰ ਨੇ ਆਮ ਆਦਮੀ ਪਾਰਟੀ ਨੂੰ ਅਲਟੀਮੇਟਮ, ਜੇਕਰ ਫਾਈਲ ਤੇ ਸਾਈਨ ਨਾ ਕੀਤੇ ਤਾਂ 26 ਜਨਵਰੀ ਤੱਕ ਸਖਤ ਕਦਮ ਚੁੱਕਾਂਗੇ। ਭਗਵੰਤ ਮਾਨ ਨੂੰ ਜਦੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਹ ਗੋਲ ਕਰਦੇ ਨਜ਼ਰ ਆਏ ਅਤੇ ਵੱਜਦੇ ਨਜ਼ਰ ਆਏ, ਤੇ ਉਹਨਾਂ ਦਾ ਰਵੱਈਆ ਬੜਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਹੀ ਹਮਲਾਵਰ ਜੇ ਟਾਈਪ ਦਾ, ਜਿਵੇਂ ਪਹਿਲਾਂ ਵੀ ਟੁੱਟ ਕੇ ਪੱਤਰਕਾਰਾਂ ਨੂੰ ਪੈਂਦੇ ਰਹੇ ਨੇ, ਉਸ ਤਰ੍ਹਾਂ ਦਾ ਨਜ਼ਰ ਆਇਆ। ਕੀ ਕਹਿਣਾ ਚਾਹੋਗੇ? ਦੇਖੋ, ਇਹ ਮਾਮਲਾ ਕਾਫੀ ਤੂਲ ਫੜ ਰਿਹਾ ਚਾਵਲਾ ਸਾਹਿਬ, ਕਾਫੀ ਦਵਿੰਦਰਪਾਲ ਸਿੰਘ ਭੁੱਲਰ ਦਾ ਮਾਮਲਾ ਤੂਲ ਫੜ ਰਿਹਾ ਮੀਡੀਆ ਵਿੱਚ। ਮੈਂ ਮੀਡੀਆ ਵਿੱਚ ਤਾਂ ਆਖਿਆ ਕਿ ਆਲ ਓਵਰ ਦੇਖੀਏ ਆਪਾਂ ਨਾ, ਇਹਦੇ ਸੰਬੰਧ ਵਿੱਚ ਕੁਝ ਜਥੇਬੰਦੀਆਂ, ਕੁਝ ਲੋਕ ਹੈਗੇ ਜਿਹੜੇ ਕਿ ਮੁੱਦਾ ਚੱਕਣ ਲੱਗੇ ਹੋਏ ਆ, ਜਿਹੜੇ ਕਿ ਸਿੱਖ ਇਸ ਨੂੰ ਦਰਦ ਸਮਝਦੇ ਆ ਕਿ ਦਵਿੰਦਰਪਾਲ ਸਿੰਘ ਭੁੱਲਰ ਦੇ ਨਾਲ ਮਾੜਾ ਹੋਇਆ। ਤੇ ਬੇਸ਼ੱਕ ਮਨਿੰਦਰਜੀਤ ਸਿੰਘ ਬਿੱਟਾ ਵੀ ਕਹਿੰਦੇ ਨਰਮ ਹੋ ਗਿਆ ਸੰਬੰਧ ਵਿੱਚ। ਤੇ ਇਹ ਕੁਝ ਕੁ ਜਿਹੜੀ ਸੰਗਤ ਹੈਗੀ, ਹੁਣ ਨਵਨੀਤ ਕੌਰ ਨਾਲ 5-4 ਬੰਦੇ ਬੈਠੇ ਆ, ਸਿੰਘ ਬੈਠੇ ਆ, ਤੇ ਉਹ ਕਹਿ ਰਹੇ ਆ ਕਿ ਜੇ 26 ਤੱਕ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਕਿ ਫਾਈਲ ਹੈਗੀ ਆ ਛੁੱਟੀ ਵਾਲੀ ਸਾਈਨ ਨਾ ਕੀਤੇ ਤਾਂ ਅਸੀਂ ਤੁਹਾਡੇ ਜਿਹੜੇ ਹੈਗੇ ਨੇ ਉਮੀਦਵਾਰ ਉਹਨਾਂ ਦਾ ਘਰਾਓ ਕਰਾਂਗੇ ਸਾਰੇ ਪਾਸੇ ਜਾ ਕੇ ਜੀ, ਤਾਂ ਘਰਾਓ ਕੀਤਾ ਜਾ ਸਕਦਾ। ਦੇਖੋ ਚਾਵਲਾ ਸਾਹਿਬ, ਜੇਕਰ ਆਪਾਂ ਅਕਾਲ ਜੂਸ ਜਥੇਬੰਦੀ ਹੈਗੀ ਆ, ਉਹਦਾ ਜੇ ਆਪਾਂ ਲੈਂਦੇ ਹਾਂ, ਕਾਫੀ ਇਕੱਠ ਕਰ ਲਿਆ ਸੀ ਉਹਨਾਂ ਨੇ ਬੰਦੀ ਸਿੰਘਾਂ ਛਡਾਉਣ ਵਾਸਤੇ। ਫਤਿਹਗੜ੍ਹ ਸਾਹਿਬ ਤੋਂ ਰਾਜ ਭਵਨ ਤੱਕ ਮਾਰਚ ਕਰਨ ਦਾ ਉਹਨਾਂ ਹੋਇਆ ਸੀਗਾ, ਪਰ ਮੋਹਾਲੀ ਤੱਕ ਪਹੁੰਚੇ ਸੀਗੇ ਉਹ, ਤੇ ਉਹ ਕਾਫੀ ਇਕੱਠ ਹੋ ਗਿਆ ਸੀ। ਜੇਕਰ ਏਦਾਂ ਸੰਗਤ ਇਕੱਠੀ ਹੁੰਦੀ ਆ, ਸਿੱਖ ਸੰਗਤ ਏਦਾਂ ਇਕੱਠੀ ਹੁੰਦੀ ਆ, ਇਕੱਠੀ ਹੋ ਕੇ ਇਹ ਸਾਰੇ ਕੰਮ ਕਰਦੀ ਹੈ, ਘਰਾਓ ਕਰਦੀ ਹੈ, ਤਾਂ ਉਹਦਾ ਸ਼ਾਇਦ ਕੋਈ ਲਾਭ ਹੋ ਜਾਏਗਾ। ਜੇਕਰ 4 ਸਿੱਖ ਇਕੱਠੇ ਹੋ ਕੇ ਕਿਸੇ ਘਰਾਓ ਕਰਨਾ, ਵੀ ਕੌਣ ਪੁੱਛਦਾ ਉੱਥੇ ਦੇਖਣੇ ਜੀ। ਇਸ ਕਰਕੇ ਦਵਿੰਦਰਪਾਲ ਸਿੰਘ ਭੁੱਲਰ ਜਿਹੜਾ ਹੈਗਾ ਉਹ ਜੇਕਰ ਸਮੁੱਚਾ ਸਿੱਖ ਕੌਮ ਚਾਹੇਗੀ ਕਿ ਇਹਨੂੰ
ਕਰੋ, ਤੁਸੀਂ ਸਾਈਨ ਕਰੋ ਤਾਂ ਸ਼ਾਇਦ ਕੰਮ ਹੋ ਜਾਏ, ਨਹੀਂ ਤਾਂ ਸਿੱਖ ਆਪੋ ਆਪਣੇ ਤਰੀਕੇ ਨਾਲ ਵੰਡੇ ਪਏ ਨੇ ਜੀ। ਸਵਾਲ ਤਾਂ ਬਿਲਕੁਲ ਵੰਡੇ ਵਾਲੀ ਗੱਲ ਤੇ ਮੈਂ 100% ਤੁਹਾਡੇ ਨਾਲ ਸਹਿਮਤ ਹਾਂ। ਸੰਤਰੇ ਦੀ ਜਿਹੜੀ ਹੈ ਨਾ ਤੁਸੀਂ ਟੋਕਰੀ ਲਓ, ਉਹਦੇ 'ਚ ਸੰਤਰੇ ਪਏ ਬੜੇ ਸੋਹਣੇ ਲੱਗਦੇ ਨੇ, ਸਰਦਾਰ ਤੁਰੇ ਜਾਂਦੇ ਹੁਣ 10 20 50 100 ਲੱਗਦਾ, ਬੜੇ ਇਕੱਠੇ ਨੇ, ਬੜੀ ਏਕਾ ਬੜੀ ਇਕਮੁਕਤਾ ਹੈ। ਤੇ ਕਿਸੇ ਵੀ ਮੁੱਦੇ ਦੇ ਉੱਤੇ ਪਤਾ ਨਹੀਂ ਕਿਹੜੇ ਵੇਲੇ ਉਹਨਾਂ ਨੇ ਤਲਵਾਰਾਂ ਆਪਸ 'ਚ ਹੀ ਖਿੱਚ ਲੈਣੀਆਂ ਨੇ, ਛੂਹ ਲੈਣੀਆਂ ਨੇ, ਪਤਾ ਹੀ ਕੋਈ ਨਹੀਂ ਲੱਗਦਾ। ਹਾਂਜੀ, ਗਰੁੱਪਾਂ ਦੇ ਗਰੁੱਪ ਬਣੇ ਹੋਏ ਨੇ, ਹਰ ਗਰੁੱਪ ਕਹਿੰਦਾ ਕਿ ਮੈਂ ਕੌਮ ਦਾ ਸਭ ਤੋਂ ਵੱਡਾ ਖੈਰ ਖੁਆਹ ਹਾਂ, ਬਾਕੀ ਸਾਰੇ ਪਿਛਾਂ ਹਟ ਜਾਓ, ਤੁਹਾਨੂੰ ਪਤਾ ਹੀ ਕੋਈ ਨਹੀਂ। ਉਹ ਤੇ ਐਲੀਗੇਸ਼ਨ ਲਾਉਂਦਾ, ਉਹ ਤੇ ਐਲੀਗੇਸ਼ਨ ਲਾਉਂਦਾ। ਖੈਰ ਐਲੀਗੇਸ਼ਨ ਵੀ ਉਹਨਾਂ ਦੇ ਅਜੀਬ ਹੀ ਹੁੰਦੇ ਨੇ, ਪਰ ਗੱਲ ਮੁੱਕਦੀ ਜਾ ਕੇ ਫਿਰ ਪੈਸੇ ਦੇ, ਕੋਈ ਕਹਿੰਦਾ ਗੁਰੂ ਦੀ ਗੁਲ ਖਾ ਗਿਆ, ਕਹਿੰਦਾ ਤੂੰ ਸ਼ਹੀਦਾਂ ਦੇ ਨਾਂ 'ਤੇ ਪੈਸੇ ਇਕੱਠੇ ਕਰਕੇ ਖਾ ਗਿਆ, ਤੂੰ ਕੋਈ ਕੁਛ ਕੋਈ ਕਿਸੇ ਪਾਸੇ ਨੂੰ ਕਿਸੇ ਪਾਸੇ ਨੂੰ। ਖੈਰ 905 813 1320 ਉਸ ਗੱਲ ਨਾਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਜਿੰਨਾ ਚਿਰ ਇਕੱਠੇ ਨਹੀਂ ਹੁੰਦੇ ਕੁਛ ਨਹੀਂ ਮਿਲਣਾ, ਚਾਹੇ ਭਗਵੰਤ ਮਾਨ ਮੁੱਖ ਮੰਤਰੀ ਬਣ ਜੇ ਤੇ ਚਾਹੇ ਕੋਈ ਹੋਰ ਬਿਊਰੋਕਰੇਟਸ ਨੇ ਆਪਣਾ ਕੰਮ ਕਰਨਾ। ਕੱਲ੍ਹ ਮੈਂ ਵੇਖ ਰਿਹਾ ਸੀਗਾ ਦਰਬਾਰ ਸਾਹਿਬ ਦੇ ਚਾਬੀਆਂ ਦੇ ਮੌਕੇ ਦੀ ਇੱਕ ਤਸਵੀਰ, ਉਹਦਾ ਇਤਿਹਾਸਕ ਦਿਨ ਸੀਗਾ, ਤੇ ਕਿਵੇਂ ਅੰਗਰੇਜ਼ ਝੁੱਕ ਕੇ ਜਿਹੜਾ ਮਾਸਟਰ ਤਾਰਾ ਸਿੰਘ ਨੂੰ ਚਾਬੀ ਦੇ ਰਿਹਾ, ਉਸ ਵਕਤ ਕੌਮ ਦੇ ਵਿੱਚ ਏਕਾ ਸੀ, ਕੌਮ ਦੇ ਇੱਕ ਜਥੇਦਾਰ ਦੀ ਇੱਕ ਬਿਆਨ ਦੇ ਉੱਤੇ ਕੌਮ ਇਕੱਠੀ ਹੋ ਜਾਂਦੀ ਸੀ, ਵੰਡੀਆਂ ਨਹੀਂ ਸੀ ਪਈਆਂ, ਉਦੋਂ ਏਕੇ ਦੇ ਵਿੱਚ ਸੀ, ਤੇ ਅਗਲਿਆਂ ਨੂੰ ਡਰ ਸੀ ਪੈ ਸੀ ਵੀ ਇਹ ਕੌਮ ਦੇ ਵਾਰਸ ਹੈਗੇ ਨੇ, ਤੇ ਕੌਮ ਦੇ ਵਾਰਸਾਂ ਨੇ ਤੇ ਆਪਣੇ ਆਪ ਨੂੰ ਗਹਿਣੇ ਪਾਇਆ ਹੋਇਆ, ਤੇ ਕੌਮ ਦਾ ਕੀ ਬਣਨਾ। ਪਰ ਕੌਮ ਚੜ੍ਹਦੀ ਕਲਾ ਦੇ ਵਿੱਚ ਸੀ, ਚੜ੍ਹਦੀ ਕਲਾ 'ਚ ਰਹੇਗੀ। ਇਹੋ ਜਿਹੀਆਂ ਬਥੇਰੀਆਂ ਬਦਲੀਆਂ ਛਾਈਆਂ ਨੇ, ਪਹਿਲਾਂ ਬੜਾ ਕੁਝ ਹੋਇਆ ਹੈ, ਉਹ ਡੱਟ ਜਾਣੀਆਂ ਨੇ। ਨਵਤੇਜ ਚੀਮਾ ਤੇ ਰਾਣਾ ਗੁਰਜੀਤ ਆਮੋ ਸਾਹਮਣੇ ਨੇ, ਬਿਆਨ ਇੱਥੇ ਵੀ ਤਿੱਖੇ ਆ ਰਹੇ ਨੇ। ਗੁਰਜੀਤ ਨੇ ਕਿਹਾ ਕਿ ਤੇਰੇ ਤੇ ਪਰਚੇ ਹੋਣਗੇ, ਪਰਚੇ। ਚੀਮਾ ਕਹਿੰਦਾ ਰਾਣਾ ਗੁਰਜੀਤ ਲੁਟੇਰਾ ਹੈ। ਨਵਤੇਜ ਸੀਮਾ ਤੇ ਰਾਣਾ ਗੁਰਜੀਤ ਆਮੋ ਸਾਹਮਣੇ ਨੇ, ਦੋਨਾਂ ਨੇ ਇੱਕ ਦੂਜੇ ਨੂੰ ਧਮਕੀਆਂ ਭਰੇ ਮਿਹਣੇ ਦਿੱਤੇ ਨੇ। ਗੁਰਜੀਤ ਨੇ ਕਿਹਾ ਕਿ ਤੇਰੇ ਤੇ ਪਰਚੇ ਹੋਣਗੇ, ਪਹੁੰਚ ਆ ਦੀ ਬਈ। ਚੀਮੇ ਨੇ ਕਿਹਾ ਕਿ ਰਾਣਾ ਗੁਰਜੀਤ ਲੁਟੇਰਾ ਹੈ। ਕੀ ਕਹਿਣਾ ਚਾਹੋਗੇ? ਦੋਵੇਂ ਕਾਂਗਰਸ ਨੇ ਚਾਲੋ ਸਭ ਵੱਡੀ ਗੱਲ ਹੈ, ਕਾਂਗਰਸੀ ਦੋਵੇਂ ਉਮੀਦਵਾਰ ਨੇ। ਇੱਕ ਬੰਦਾ ਸੁਲਤਾਨਪੁਰ ਤੋਂ ਉਮੀਦਵਾਰ ਨਵਤੇਜ ਚੀਮਾ, ਤੇ ਦੂਜਾ ਹੈਗਾ ਕਪੂਰਥਲੇ ਤੋਂ ਉਮੀਦਵਾਰ ਰਾਣਾ ਗੁਰਜੀਤ। ਰਾਣਾ ਗੁਰਜੀਤ ਨੇ ਆਪਣੇ ਪੁੱਤਰ ਨੂੰ ਸ਼ਰੇਆਮ ਖੜਾਤਾ ਨਵਤੇਜ ਚੀਮਾ ਦੇ ਖਿਲਾਫ, ਤੇ ਉੱਥੇ ਹੀ ਬਸ ਨਹੀਂ ਕੀਤੀ ਉਹਨੇ। ਉਸ ਬੰਦੇ ਨੇ ਐਲਾਨ ਵੀ ਕੀਤਾ ਕਿ ਮੈਂ ਜਿਤਾਵਾਂਗਾ ਆਪਣੇ ਮੁੰਡੇ ਨੂੰ ਆਜ਼ਾਦ ਖੜਾ ਕੇ ਕਾਂਗਰਸੀ ਉਮੀਦਵਾਰ ਦੇ ਖਿਲਾਫ। ਉਸ ਸੰਬੰਧ ਫਿਰ ਇਹਨੇ ਨਵਤੇਜ ਨੇ ਚਿੱਠੀ ਭੇਜੀ, ਸੁਖਪਾਲ ਖਹਿਰੇ ਨੇ ਚਿੱਠੀ, 3-4 ਵਿਧਾਇਕਾਂ ਨੇ ਚਿੱਠੀਆਂ ਭੇਜੀਆਂ ਸੋਨੀਆ ਗਾਂਧੀ ਨੂੰ, ਕਾਂਗਰਸ ਹਾਈ ਕਮਾਨ ਨੂੰ, ਕਿ ਰਾਣਾ ਗੁਰਜੀਤ ਕਾਂਗਰਸ ਦੇ ਵਿਰੁੱਧ ਕੰਮ ਕਰ ਰਹੇ ਨੇ, ਉਹ ਦੁਆਬੇ ਦੀਆਂ ਸੀਟਾਂ ਪ੍ਰਭਾਵਿਤ ਕਰ ਰਹੇ ਨੇ ਕਾਂਗਰਸ ਨੂੰ ਹਰਾਉਣ ਵਾਸਤੇ। ਤੇ ਉਸ ਸੰਬੰਧ ਵਿੱਚ ਇਹਨਾਂ ਨੇ ਜਿਹੜਾ ਕਿ ਦੋਵੇਂ ਕੱਲ ਇੱਕ ਟੀਵੀ ਚੈਨਲ ਨੇ ਫੋਨ ਤੇ ਖਿੱਚ ਲਏ ਇੱਕ ਦੂਜੇ ਨੂੰ, ਦੋਵੇਂ ਫੋਨ ਤੇ ਆ ਗਏ। ਤੇ ਕੱਲ ਕਿਉਂਕਿ ਰਾਣਾ ਗੁਰਜੀਤ ਨੇ ਆਪਣੇ ਮੁੰਡੇ ਦਾ ਸੁਲਤਾਨਪੁਰ ਦੇ ਵਿੱਚ ਦਫ਼ਤਰ ਖੋਲਿਆ, ਉੱਥੇ ਜਿੱਥੇ ਕਿ ਨਵਤੇਜ ਚੀਮਾ ਦਾ ਘਰ ਥੋੜੀ ਦੂਰੀ ਤੇ ਆ, ਉੱਥੇ ਦਫ਼ਤਰ ਆਪ ਖੋਲ ਕੇ ਆਏ ਨੇ। ਕਾਂਗਰਸ ਦੇ ਉਮੀਦਵਾਰ ਦੇ ਖਿਲਾਫ ਆਪਣੇ ਪੁੱਤਰ ਨੂੰ ਆਜ਼ਾਦ ਦਿਲਾਉਣ ਵਾਸਤੇ ਰਾਣਾ ਗੁਰਜੀਤ ਇੱਕ ਜ਼ਬਰਦਸਤੀ ਕੰਮ ਕਰ ਰਹੇ ਆ। ਨਵਤੇਜ ਚੀਮਾ ਕਹਿੰਦੇ ਆ ਕਿ ਤੁਸੀਂ ਏਦਾਂ ਕਿਉਂ ਕੀਤਾ ਮੇਰੇ ਨਾਲ, ਤੁਸੀਂ ਕਾਂਗਰਸ ਹਾਈ ਕਮਾਂਡ ਦਾ ਕਿਉਂ ਕਰ ਰਹੇ ਹੋ? ਉਹ ਕਹਿੰਦਾ ਮੈਂ ਤਾਂ ਕਰਾਂਗਾ, ਮੇਰੀ ਮਰਜ਼ੀ ਆ, ਤੁਸੀਂ ਜੋ ਕਰਨਾ ਕਰ ਲਓ। ਚਿੱਠੀਆਂ ਤੁਸੀਂ ਮੇਰੇ ਖਿਲਾਫ ਲਿਖਦੇ ਹੋ, ਤੁਹਾਡੇ ਖਿਲਾਫ ਪਰਚੇ ਦਰਜ ਹੋਣੇ, ਕਹਿੰਦਾ ਲੋਕਾਂ ਦੇ ਬੜੇ ਮੇਰੇ ਕੋਲ ਅਰਜ਼ੀਆਂ ਪਈਆਂ ਤੁਹਾਡੇ ਖਿਲਾਫ ਨਵਤੇਜ ਪਰਚੇ ਕਰਾਵਾਂਗਾ। ਉਹ ਕਹਿੰਦਾ ਵੀ ਤੁਸੀਂ ਠੱਗ ਹੈਗੇ ਹੋ, ਤੁਸੀਂ ਰੇਤ ਮਾਫੀਆ, ਸ਼ਰਾਬ ਮਾਫੀਆ ਤੁਸੀਂ ਕਰਦੇ ਹੋ। ਮਿਹਣੋ ਮਿਹਣੇ ਤੱਕੋ ਤੱਕੀ ਸ਼ਬਦਾਵਲੀ ਦੀ ਪਤਾ ਨਹੀਂ ਕਿੰਨੀ ਗਰੀਮਾਂ ਹੇਠਾਂ ਸੁੱਟੀ ਉਹਨਾਂ ਨੇ ਉਹਨਾਂ ਕਾਲ ਦੇ ਵਿੱਚ। ਤੇ ਐਂਕਰ ਵੀ ਸੁਣੀ ਗਿਆ ਸਮਾਰ ਕੇ, ਮੈਂ ਸੁਣੀ ਜਾਵਾਂ ਵੀ ਇਹ ਕੀ ਇੱਕ ਦੂਜੇ ਨੂੰ ਲੜਾਉਣ ਲੱਗੇ ਨੇ ਆਮੋ ਸਾਹਮਣੇ। ਵੈਸੇ ਇਦਾਂ ਦਾ ਜਿਹੜਾ ਹੁੰਦਾ ਨਹੀਂ ਹੋਣਾ ਚਾਹੀਦਾ। ਵੈਸੇ ਪਰ ਕਾਂਗਰਸ ਗੁਰਤੇ ਜਿਹੜਾ ਰਾਣਾ ਗੁਰਜੀਤ ਹੈਗਾ ਤੇ ਨਵਤੇਜ ਚੀਮਾ ਦੀ ਕੱਲ ਲੜਾਈ ਜਿਹੜੀ ਇੱਕ ਦੂਜੇ ਨੂੰ ਮਿਹਣੋ ਮਿਹਣੀ ਲੜਨਾ, ਤੇ ਗਾਲਾਂ ਨਿਕਲੀਆਂ ਸਿੱਧੀਆਂ ਬਸ ਮਾਂ ਭੈਣਾਂ ਦੀਆਂ, ਬਾਕੀ ਕਸਰ ਕੋਈ ਨਹੀਂ ਛੱਡੀ ਇਹਨਾਂ ਨੇ ਇੱਕ ਦੂਜੇ ਪ੍ਰਤੀ। ਕਾਂਗਰਸ ਹਾਈ ਕਮਾਂਡ ਕੀ ਕਰ ਰਹੀ ਹੈ ਇੱਥੇ ਦੇਖਣ ਵਾਲੀ ਗੱਲ ਇਹ ਆ। ਕਾਂਗਰਸ ਹਾਈ ਕਮਾਂਡ ਦੀ ਇੱਕ ਸ਼ਰੇਆਮ ਇੱਕ ਜਿਹੜਾ ਕਿ ਉਮੀਦਵਾਰ ਹੈਗਾ ਕਾਂਗਰਸ ਦਾ ਰਾਣਾ ਗੁਰਜੀਤ, ਆਪਣੇ ਪੁੱਤਰ ਨੂੰ ਸ਼ਰੇਆਮ ਉਹ ਲੜਾ ਰਿਹਾ ਹੈ ਦੂਜੇ ਕਾਂਗਰਸੀ ਉਮੀਦਵਾਰ ਦੇ ਵਿਰੁੱਧ, ਤੇ ਕਹਿ ਰਿਹਾ ਮੈਂ ਜਿਤਾਵਾਂਗਾ ਇਹਨੂੰ, ਤੇ ਇਹ ਵੀ ਸੀਟ ਮੈਂ ਕਾਂਗਰਸ ਕੋਲ ਪਾਵਾਂਗਾ। ਕਿ ਕਾਂਗਰਸ ਹਾਈ ਕਮਾਂਡ ਕਿੱਥੇ ਹੈ ਇੱਥੇ? ਇਹ ਬੜਾ ਵੱਡੇ ਸਵਾਲ ਹੈਗੇ ਨੇ। ਕਾਂਗਰਸ ਹਾਈ ਕਮਾਂਡ ਦੇ ਉੱਤੇ ਬੜੇ ਵੱਡੇ ਸਵਾਲ ਉੱਠਦੇ ਨੇ। ਸਿਮਰਜੀਤ ਸਿੰਘ ਮਾਨ ਇੱਕ ਵਾਰੀ ਫਿਰ ਤੋਂ ਚਰਚਾ 'ਚ ਕਹਿੰਦੇ ਬਾਦਲਾਂ ਨਾਲ ਮਿਲ ਕੇ ਡੇਰਾ ਮੁਖੀ ਨੇ ਬੇਅਦਬੀਆਂ ਕਰਵਾਈਆਂ ਨੇ, ਚਾਹੇ ਹੋਵੇ ਡੇਰਾ ਮੁਖੀ ਨੇ ਕਰਵਾਈਆਂ ਬੇਅਦਬੀਆਂ, ਚਾਹੇ ਅਣਪਛਾਤੀ ਪੁਲਿਸ ਤੇ ਚਾਹੇ 328 ਸਰੂਪਾਂ ਦਾ ਮਾਮਲਾ, ਜਾਂ
ਕੋਈ ਹੋਰ ਵੀ ਮਸਲਾ 1984 ਤੋਂ ਲੈ ਕੇ ਸਿੱਖ ਕਤਲੇਆਮ ਦਾ, ਜਿਹਨੂੰ ਮਰਜ਼ੀ ਬਿਠਾ ਦਿਓ, ਜਿੱਥੇ ਮਰਜ਼ੀ ਬਿਠਾ ਦਿਓ। ਦਿੱਲੀ ਦੇ ਤਖਤ ਤੇ ਦਿੱਲੀ ਦੀਆਂ ਗਲੀਆਂ ਦੇ ਵਿੱਚ ਜੋ ਕੁਝ ਹੋਇਆ, ਉੱਥੇ ਸਰਦਾਰ ਮਨਮੋਹਨ ਸਿੰਘ ਬੈਠੇ ਰਹੇ। ਉਸ ਵਕਤ ਜਦੋਂ ਹੋਇਆ ਸੀ ਉਦੋਂ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਸੀ। ਉਦੋਂ ਬਾਅਦ ਬੜੇ ਉੱਚੇ ਉੱਚੇ ਅਹੁਦਿਆਂ ਤੇ ਉੱਥੇ ਹੋਰ ਵੀ ਹੋਏ। ਕੀ ਇਨਸਾਫ ਮਿਲਿਆ ਹੁਣ ਤੱਕ? ਬਿਆਨ ਨੇ ਜਿੰਨੇ ਮਰਜ਼ੀ ਦਾਗ ਦੇਣ, ਬਿਆਨ ਜਿੰਨੇ ਮਰਜ਼ੀ ਸੁਣ ਲਓ, ਪੜ੍ਹ ਲਓ, ਇਹਨਾਂ ਬਿਆਨਾਂ ਨੂੰ ਤੁਹਾਨੂੰ ਸੁਣਾਉਣਾ ਪੈਂਦਾ ਹੈ ਕਿਉਂਕਿ ਸਾਡੀ ਮਜਬੂਰੀ। ਜੇ ਅਸੀਂ ਨਾ ਸੁਣਾਵਾਂ, ਕੋਈ ਹੋਰ ਸੁਣਾਵੇਗਾ ਤੇ ਉਹਨਾਂ ਨੇ ਕਹਿਣਾ ਤੁਸੀਂ ਕਿਉਂ ਨਹੀਂ ਗੱਲ ਕੀਤੀ। ਇਹ ਸਾਡੀ ਮਜਬੂਰੀ ਹੈ। ਅਦਰਵਾਈਜ਼ ਇਹੋ ਜਿਹੇ ਮਸਲਿਆਂ ਤੇ ਗੱਲ ਕਰਨ ਨੂੰ ਦਿਲ ਨਹੀਂ ਕਰਦਾ, ਕਿਉਂਕਿ ਇਹ ਸਭ ਜਿੰਨੇ ਵੀ ਨੇ ਜਦੋਂ ਇਹ ਕਿਤੇ ਪਹੁੰਚ ਜਾਂਦੇ ਨੇ, ਉੱਥੇ ਜਾ ਕੇ ਪਤਾ ਨਹੀਂ ਇਹਨਾਂ ਦੇ ਸੁਰਾਂ ਕਿਉਂ ਬਦਲ ਜਾਂਦੀਆਂ ਨੇ। ਖੈਰ, ਸਰਦਾਰ ਸਿਮਰਜੀਤ ਸਿੰਘ ਮਾਨ ਇੱਕ ਵੱਖਰਾ ਆਪਣਾ ਮੰਚ ਲੈ ਕੇ ਚੱਲ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਸਾਰੇ ਅਕਾਲੀ ਦਲ ਨੂੰ ਲੈ ਕੇ ਬਣਿਆ ਸੀ, ਤੇ ਉਹਦੇ ਵਿੱਚੋਂ ਮੁੜ ਕੇ ਤਿੱਤਰ ਬਿੱਟਰ ਹੋ ਗਏ। ਹਾਂਜੀ, ਕੁੜਮ ਵੀ ਇਹਨਾਂ ਦਾ, ਸੌਰੀ ਸਾਂਢੂ ਵੀ ਇਹਨਾਂ ਦਾ, ਤੇ ਬਾਦਲ ਸਾਹਿਬ ਵੀ, ਤੇ ਹੋਰ ਵੀ। ਕੀ ਕਹਿਣਾ ਚਾਹੋਗੇ? ਚਲ ਸਰ, ਅਸਲ ਚ ਕੱਲ ਜਿਹੜਾ ਬਿਆਨ ਉਹਨਾਂ ਦਾ ਆਇਆ ਦਿੱਲੀ ਬੋਲੇ ਨੇ ਆਪਣੇ, ਉਹਨਾਂ ਨੇ ਵੀ ਉਮੀਦਵਾਰ ਖੜਾਏ ਨੇ ਪੰਜਾਬ ਦੇ ਵਿੱਚ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਉਮੀਦਵਾਰ ਹੈਗੇ ਨੇ, ਪੰਜਾਬ ਦੇ ਵਿੱਚ ਲੜਨਗੇ ਚੋਣ। ਉਹ ਜੀ ਜੀ ਆਪਣੇ ਤਰੀਕੇ ਦੀ ਚੋਣ ਲੜਦੇ ਆ। ਸਿਮਰਜੀਤ ਸਿੰਘ ਮਾਨ ਜਿੱਤਣ ਵਾਸਤੇ ਨਹੀਂ ਲੜਦੇ, ਉਹ ਆਪਣੇ ਮੁੱਦਾ ਉਭਾਰਨ ਵਾਸਤੇ ਚੋਣ ਲੜਦੇ ਆ, ਮੁੱਦੇ ਉਭਾਰਦੇ ਆ। ਤੇ ਉਹ ਆਮ ਤੌਰ ਤੇ ਕਹਿੰਦੇ ਆ ਕਿ ਸਾਡਾ ਰਾਜ ਜਦ ਤੱਕ ਨਹੀਂ ਆਉਂਦਾ ਉਦੋਂ ਤੱਕ ਸਾਨੂੰ ਐਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ। ਜਦੋਂ ਸਾਡਾ ਰਾਜ ਆ ਗਿਆ ਤਾਂ ਜਿਵੇਂ ਭਾਜਪਾ ਨੇ ਮੰਦਿਰ ਬਣਾ ਲਿਆ, ਏਦਾਂ ਅਸੀਂ ਵੀ ਆਪਣਾ ਕੰਮ ਕਰਨਾ ਹੈ। ਕੱਲ ਉਹਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲਾਂ ਦੇ ਦੀ ਸਹਿ ਤੇ ਬਾਦਲਾਂ ਨਾਲ ਮਿਲ ਕੇ ਡੇਰੇ ਸਿਰਸੇ ਵਾਲੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ। ਬੜਾ ਵੱਡਾ ਇਲਜ਼ਾਮ ਆ ਇਹ, ਕਿਉਂਕਿ ਇਹ ਇਲਜ਼ਾਮ ਆਮ ਸੰਗਤ ਵੀ ਲਾ ਰਹੀ ਹੈ ਬਾਦਲਾਂ ਦੇ ਉੱਪਰ। ਪ੍ਰੋਟੈਸਟ ਚੱਲ ਰਹੇ ਆ। ਸੁਖਰਾਜ ਬੈਠਾ ਉੱਥੇ ਬਰਗਾੜੀ ਦਾ ਮੋਰਚਾ ਲਾ ਕੇ ਉੱਥੇ ਬੈਠਾ, ਤੇ ਉਹ ਕਹਿੰਦਾ ਵੀ ਮੇਰੇ ਪਿਤਾ ਜਿਹੜੇ ਸੀਗੇ ਉਹਨਾਂ ਨੂੰ ਕ੍ਰਿਸ਼ਨ ਭਗਵਾਨ ਦੀ ਮੌਤ ਹੋ ਚੁੱਕੀ ਆ, ਉਹ ਸ਼ਹੀਦ ਹੋ ਚੁੱਕੇ ਨੇ, ਉਹਦਾ ਇਨਸਾਫ ਨਹੀਂ ਮਿਲਿਆ ਹੈਗਾ। ਉਹ ਕਹਿੰਦੇ ਨੇ ਵੀ ਕੋਈ ਵੀ ਸਰਕਾਰ ਇਨਸਾਫ ਨਹੀਂ ਦੇ ਰਹੀ। ਇਹ ਮੁੱਦਾ ਬੜਾ ਭਾਰੂ ਹੋ ਰਿਹਾ ਇਸ ਟਾਈਮ। ਮੁੜ ਕੇ ਫਿਰ ਬੇਅਦਬੀ ਦਾ ਮੁੱਦਾ ਇੱਕ ਤਰ੍ਹਾਂ ਦਾ ਚੋਣ ਮੁੱਦਾ ਬਣਾ ਜਾ ਰਿਹਾ, ਜਦਕਿ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਸੀ ਕਿ ਮੁੱਦਾ ਨਾ ਬਣੇ। ਸ਼੍ਰੋਮਣੀ ਅਕਾਲੀ ਦਲ ਦਾ ਜ਼ੋਰ ਲੱਗਿਆ ਪਿਆ ਕਿ ਇਹ ਮੁੱਦਾ ਰਿਮੂਵ ਹੋ ਜਾਏ, ਕਿਸੇ ਤਰੀਕੇ ਨਾਲ ਨਾ ਆਵੇ ਸਾਡੇ ਸਾਹਮਣੇ। ਪਰ ਮੁੜ ਕੇ ਫਿਰ ਇਹ ਮੁੱਦਾ ਆ ਕੇ ਸਿਮਰਜੀਤ ਸਿੰਘ ਮਾਨ ਵਰਗੇ ਬੰਦੇ, ਸੁਖਰਾਜ ਵਰਗੇ ਬੰਦੇ ਤੇ ਹੋਰ ਜਿਹੜੇ ਵਿਰੋਧੀ ਹੈਗੇ ਆ, ਉਹ ਇਹ ਮੁੱਦਾ ਚੱਕ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਕੇ ਫੇਰ ਘੇਰ ਰਹੇ ਆ। ਦੱਸ ਦਈਏ ਕਿ ਪਿਛਲੀਆਂ ਚੋਣਾਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਇਸ ਮੁੱਦੇ ਤੇ ਹੀ ਹਾਰੀਆਂ ਨੇ। ਸੋ ਕਿਉਂਕਿ ਅਣਪਛਾਤੀ ਪੁਲਿਸ ਦਾ ਵੀ ਉਹਨਾਂ ਦੇ ਰਾਜ ਦੇ ਵਿੱਚ ਸਿੱਧੀਆਂ ਗੋਲੀਆਂ ਛਾਤੀ ਦੇ ਵਿੱਚ ਉਹਨਾਂ ਦੇ ਰਾਜ ਵਿੱਚ ਚਲੀਆਂ। 328 ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਤੇ ਹੋਰ ਜਿਹੜਾ ਸਾਰਾ ਕੁਝ ਹੈ, ਇਹੀ ਭਾਵੇਂ ਕਿ ਉਹਨਾਂ ਦੇ ਨਵੇਂ ਜਿਹੜੇ ਪ੍ਰਧਾਨ ਬਣਾਏ ਗਏ ਨੇ, ਹਾਂਜੀ, ਉਹ ਕਹਿੰਦੇ ਨੇ ਕਿ ਘਪਲਾ ਹੈ, ਘਪਲਾ 328 ਸਰੂਪਾਂ ਦਾ, ਬੇਅਦਬੀ ਨਹੀਂ, ਘਪਲਾ ਹੈ। ਚਲੋ ਘਪਲਾ ਹੈ ਤੇ ਘਪਲਾ ਦੱਸ ਦਿਓ ਵੀ ਗਏ ਕਿੱਥੇ ਸਰੂਪ। ਚਲੋ ਤੁਸੀਂ ਘਪਲੇ ਨੂੰ ਲੈ ਕੇ ਚਲੋ, ਤੁਹਾਡੇ ਕੋਲ ਸਮਾਂ ਹੈਗਾ। ਤਰੋਤੇ ਸਿੰਘ ਕਹਿੰਦਾ ਸਾਹਿਬ ਕਿ ਜਿਹੜਾ ਸਰਸੇ ਵਾਲੇ ਨੇ ਮਾਫੀ ਕਹਿੰਦਾ ਭੇਜੀ। ਕਿਹਦਾ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ। ਹੈਲੋ, ਕਿਹਦਾ ਸਾਹਿਬ ਨੂੰ ਦੁਬਾਰਾ ਡਾਇਲ ਕਰਦੇ ਹਾਂ। ਜਦ ਤੱਕ ਮੈਂ ਦੱਸ ਦਵਾਂ ਕਿ ਤੁਸੀਂ ਜੇਕਰ ਰੰਗਲਾ ਪੰਜਾਬ ਦਾ ਐਪ ਡਾਊਨਲੋਡ ਕੀਤਾ ਹੈ, ਵਧੀਆ ਗੱਲ ਹੈ। ਨਹੀਂ ਤਾਂ ਈ ਬਾਬਾ ਦਾ ਐਪ ਡਾਊਨਲੋਡ ਕਰਕੇ ਵੀ ਤੁਸੀਂ ਸਾਨੂੰ ਸੁਣ ਸਕਦੇ ਹੋ ਅਤੇ ਦੇਖ ਵੀ ਸਕਦੇ ਹੋ ਰੰਗਲਾ ਪੰਜਾਬ ਨੂੰ। ਈ ਬਾਬਾ ਵੱਖ-ਵੱਖ ਚੈਨਲ ਜਿਹੜੇ ਨੇ ਉੱਤੇ ਆਉਂਦੇ ਨੇ। ਔਰ ਕੈਲਗਰੀ ਦੇ ਵਿੱਚ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਤਾਂ ਫੁੱਲੀ ਡਿਟੈਚ ਘਰ ਹੈ, ਕੰਧਾਂ ਸਾਂਝੀਆਂ ਨਹੀਂ ਹਨ। ਫੁੱਲੀ ਡਿਟੈਚ 2700 ਤੋਂ 3000 ਸਕੁਅਰ ਫੀਟ ਦੇ ਘਰ ਨੇ। ਬਿਲਡਰ ਵੱਲੋਂ 4 ਚੁਫੇਰੇ ਘਰਾਂ 'ਚ ਕੈਮਰੇ ਲਾ ਕੇ ਦਿੱਤੇ ਜਾ ਰਹੇ ਨੇ। ਫੁੱਲੀ ਸਿਕਿਉਰਡ, ਫੁੱਲੀ ਅਪਗ੍ਰੇਡ, ਸਾਰੇ ਅਪਲਾਇੰਸਿਸ ਰੈਡੀ ਟੂ ਮੂਵ। ਸਾਈਡ ਐਂਟਰਸ ਕੱਢ ਕੇ ਦਿੱਤੀ ਜਾਊਗੀ। ਬੇਸਮੈਂਟ ਵਿੱਚੋਂ ਡਬਲ ਕਿਚਨ ਦਿੱਤੀ ਜਾ ਰਹੀ ਹੈ। $1000 ਤੁਸੀਂ ਦੇਣਾ ਹੈ ਬੁਕਿੰਗ ਵੇਲੇ। ਬਾਕੀ ਬਈ ਐਂਡ ਆਫ ਈਅਰ ਦਿਸ ਦੀ ਕਲੋਜ਼ਿੰਗ ਹੈ, ਜਿੰਨੀ ਤੁਸੀਂ ਡਾਊਨ ਪੇਮੈਂਟ ਦੇਣੀ ਹੈ ਉਹ ਦੇ ਸਕਦੇ ਹੋ। ਲਿਮਟਡ ਜੇ ਘਰ ਬਾਕੀ ਬਚੇ ਨੇ 416 303 1515, 416 303 1515 ਤੇ ਕਾਲ ਅਰਸ਼ ਚਾਵਲਾ ਨੂੰ ਤੁਸੀਂ ਕਾਲ ਕਰ ਸਕਦੇ ਹੋ। IPTV ਬਾਕਸ ਵੇਖਿਆ ਜਾਂਦਾ ਵੱਡੀ ਤਾਦਾਦ ਦੇ ਵਿੱਚ, ਹਰ ਘਰ ਦੇ ਵਿੱਚ 1-2 ਬਾਕਸ ਲੱਗੇ ਨੇ। ਬਾਕਸ ਤੁਸੀਂ ਨਵਾਂ ਲੈਣਾ ਹੋਵੇ, ਸਾਡੇ ਕੋਲ ਬਹੁਤ ਵਧੀਆ ਕੁਆਲਿਟੀ ਦੇ ਬਾਕਸ ਹਨ, ਹਰ ਤਰ੍ਹਾਂ ਦੇ ਬਾਕਸ ਹਨ, ਤੁਸੀਂ ਲੈ ਸਕਦੇ ਹੋ। ਸਮਾਰਟ ਹੋ, ਸਮਾਰਟਫੋਨ 'ਤੇ ਐਪ ਡਾਊਨਲੋਡ ਕਰਕੇ ਉਹ 'ਤੇ ਸਰਵਿਸ ਲੈ ਸਕਦੇ ਹੋ। ਅਤੇ 2 ਦਿਨ ਦਾ ਟਰਾਇਲ ਲਓ। ਕੰਟੀਨਿਊ ਕਰਨਾ ਚਾਹੁੰਦੇ ਹੋ ਤੁਸੀਂ, ਕਿਸੇ ਕੋਲ ਸਰਵਿਸ ਲੈਂਦੇ ਹੋ, 15, 20, 25 ਡਾਲਰ ਦਿੰਦੇ ਹੋ ਮਹੀਨੇ ਦੇ। ਫਿਲਮਾਂ, ਡਰਾਮੇ, ਸੀਰੀਅਲ, ਚਲਚਿੱਤਰ ਸਾਰਾ ਕੁਝ ਉਹੀ, ਕੋਈ ਚੇਂਜਿੰਗ ਨਹੀਂ। 2 ਦਿਨ ਦਾ ਟਰਾਇਲ ਫਰੀ, ਫਿਰ ਕੰਟੀਨਿਊ ਕਰੋ ਅਤੇ ਬਹੁਤ ਸਾਰੇ ਪੈਸੇ ਬਚਾਓ।
647 554 58 647 554 5859 ਇਸ ਨੂੰ ਬਿਜ਼ਨਸ ਦੇ ਤੌਰ ਤੇ ਨਹੀਂ ਮੈਂ ਪ੍ਰਮੋਟ ਕਰ ਰਿਹਾ। ਜੇ ਬਿਜ਼ਨਸ ਦੇ ਤੌਰ ਤੇ ਪ੍ਰਮੋਟ ਕਰਨਾ ਹੋਵੇ ਤਾਂ ਬਹੁਤ ਸਾਰੇ ਮੇਰੇ ਸਹਿਯੋਗੀ ਮੀਡੀਆ ਕਰਮੀ ਨੇ ਜੋ ਸਵੇਰੇ ਸ਼ਾਮ ਪ੍ਰੋਗਰਾਮ ਕਰਦੇ ਨੇ ਤੇ ਸਾਲਾਂ ਤੋਂ ਉਹ ਸਾਡੇ ਕੋਲੋਂ ਸਰਵਿਸ ਲੈਂਦੇ ਰਹੇ ਨੇ ਫ੍ਰੀ ਆਫ ਕਾਸਟ ਸਾਲਾਂ ਤੋਂ, ਪਿਛਲੇ 25 ਸਾਲਾਂ ਤੋਂ। ਤੇ ਮੈਂ ਉਹਨਾਂ ਨੂੰ ਵੀ ਕਹਿ ਸਕਦਾ ਭਾਈ 25 ਸਾਲ ਹੋ ਗਏ ਤੁਹਾਡੇ ਕੋਲ ਪੈਨ ਹੀ ਨਹੀਂ ਲਈ, ਤੁਹਾਡੇ ਸਾਰੇ ਕੰਮ ਕੀਤੇ, ਚਾਹੇ ਤੁਸੀਂ ਫਿਲਮਾਂ ਰਿਲੀਜ਼ ਕੀਤੀਆਂ, ਚਾਹੇ ਸ਼ੋਅ ਕੀਤੇ ਨੇ, ਚਾਹੇ ਤੁਸੀਂ ਕਿਸੇ ਵੀ ਸੱਦੇ ਲਈ ਸਾਨੂੰ ਭੇਜਿਆ, ਮੈਂ ਪੈਸਾ ਨਹੀਂ ਲਿਆ। ਤੇ ਹੁਣ ਮੈਂ ਇੱਕ ਬਿਜ਼ਨਸ ਸ਼ੁਰੂ ਕੀਤਾ, ਲਾਓ ਹਾਂ 6 ਮਹੀਨੇ, ਕਿਉਂਕਿ ਇਹ ਸਰਵਿਸ ਸਿਰਫ ਤੁਹਾਨੂੰ ਸਾਡੇ ਨਾਲ ਤੋੜਿਆ ਗਿਆ ਸੀ। ਇਸ ਕਰਕੇ ਰੰਗਲਾ ਪੰਜਾਬ ਦੇ ਰਾਹੀਂ ਹੀ ਇਹ ਪ੍ਰਮੋਟ ਕਰਦੇ, ਬਿਜ਼ਨਸ ਨਹੀਂ ਹੈ। ਤੇ ਤੁਹਾਡਾ ਫਾਇਦਾ ਹੈ। ਤੇ ਜੇ ਮੈਂ ਪ੍ਰਮੋਸ਼ਨ ਦੇਣੀ ਹੈ ਤਾਂ ਫਿਰ ਮੈਂ ਸਾਰਿਆਂ ਨੂੰ ਦੇ ਸਕਦਾ ਸਾਂ। ਇਹ ਪ੍ਰਮੋਸ਼ਨ ਦੇ ਤੌਰ ਤੇ ਨਹੀਂ, ਇਹ ਸਿਰਫ ਤੁਹਾਨੂੰ ਸਾਡੇ ਨਾਲ ਵਾਕ ਕੀਤਾ ਗਿਆ ਸੀ, ਤੁਸੀਂ ਸਾਨੂੰ ਸੁਣਦੇ ਹੋ। 647 554 5859 ਤੇ ਕਾਲ ਕੀਤਾ ਜਾ ਸਕਦਾ। ਹਾਂਜੀ, ਸਵਾਲ ਸੀ ਮੇਰਾ। ਤਰਲੋਚਨ ਸਿੰਘ, ਹਾਂਜੀ ਤਰਲੋਚਨ ਸਿੰਘ ਕਹਿੰਦਾ ਹੈ, ਚਾਵਲਾ ਸਾਹਿਬ ਆਵਾਜ਼ ਮੇਰੀ ਆ ਰਹੀ ਹੈ ਨਾ? ਜੀ ਜੀ ਹੁਣ ਆ ਰਹੀ ਹੈ। ਹਾਂ, ਤਰਲੋਚਨ ਸਿੰਘ ਕਹਿੰਦਾ, ਜਿਹੜਾ ਮੈਂਬਰ ਪਾਰਲੀਮੈਂਟ ਸੀਗਾ ਜੀ, ਸਾਬਕਾ ਮੈਂਬਰ ਪਾਰਲੀਮੈਂਟ, ਤੇ ਉਹ ਕਹਿੰਦਾ ਹੈ ਕਿ ਜਿਹੜੇ ਸਰਸੇ ਵਾਲੇ ਨੇ ਮਾਫੀ ਦਿੱਤੀ ਸੀ ਨਾ ਜੀ, ਉਹਦੇ ਵਿੱਚ ਮਾਫੀ ਸ਼ਬਦ ਨਹੀਂ ਸੀਗਾ। ਤੇ ਪਤਾ ਨਹੀਂ ਮਾਫੀ ਕਿਵੇਂ ਦਿੱਤੀ ਸ੍ਰੀ ਅਕਾਲ ਤਖਤ ਸਾਹਿਬ ਨੇ ਉਹਨੂੰ। ਕਿੰਨੀ ਵੱਡੀ ਗੱਲ ਆ, ਦੇਖੋ, ਕਹਿੰਦਾ ਮਾਫੀ ਸ਼ਬਦ ਸੀ ਹੈ ਹੀ ਨਹੀਂ ਸੀਗਾ ਬਿਲਕੁਲ ਹੀ, ਤੇ ਮਾਫੀ ਦਿੱਤੀ ਆ ਤੇ 90 ਲੱਖ ਦੇ ਇਸ਼ਤਿਹਾਰ ਲਾਤੇ ਆ ਮਾਫੀ ਨੂੰ ਜਸਟੀਫਾਈ ਕਰਨ ਵਾਸਤੇ। ਸੰਗਤਾਂ ਨੇ ਵਿਰੋਧ ਕੀਤਾ ਤੇ ਮਾਫੀ ਉਹ ਵਾਪਸ ਲੈ ਲਈ ਆ। ਇਹ ਵੀ ਤਾਂ ਫਿਰ ਪੰਥ ਰਤਨ ਦੀ ਸਰਕਾਰ ਮੌਕੇ ਹੀ ਹੋਇਆ ਜੀ ਚਾਵਲਾ ਸਾਹਿਬ। ਬਸ ਇਹ ਕਿੱਥੇ ਭੁੱਲਣਾ ਜੀ, ਇਹ ਕਿੱਥੇ ਭੁੱਲਿਆ ਜਾਣਾ। ਗੱਲ ਹੈ ਇਹਨੂੰ ਟਵਿਸਟ ਜ਼ਰੂਰ ਕੀਤਾ ਜਾ ਰਿਹਾ। ਜਿਹੜੀਆਂ ਕੁਝ ਜਥੇਬੰਦੀਆਂ ਹੋ ਸਕਦਾ ਸੁਹਿਰਦ ਹੋਣ, ਮੇਰਾ ਸੋਚਣਾ ਗਲਤ ਵੀ ਹੋ ਸਕਦਾ, ਉਹਨਾਂ ਜਥੇਬੰਦੀਆਂ ਨੂੰ ਕਿਸੇ ਨੇ ਆ ਕੇ ਗੱਲ ਕਰਨੀ ਹੋਵੇ ਕਰ ਸਕਦੇ ਨੇ, ਜਿਹੜੀਆਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਨੂੰ ਲੈ ਕੇ ਮਾਮਲਾ ਬਹੁਤ ਗੰਭੀਰਤਾ ਦੇ ਨਾਲ ਉਠਾ ਰਹੀਆਂ ਨੇ। ਹੋ ਸਕਦਾ ਕਿਉਂਕਿ ਬਾਬੇ ਬਾਦਲ ਦੀ ਜਿਹੜੀ ਗੇਮ ਹੈ ਨਾ ਬੜੀ ਗੁੰਝਲਦਾਰ ਹੁੰਦੀ ਹੈ, ਜਲੇਬੀ ਵਾਂਗੂ ਸਮਝਣੀ ਔਖੀ ਹੁੰਦੀ ਹੈ। ਕਿਉਂਕਿ ਬਾਕੀ ਵੇਖ ਲਓ ਨਾ, ਪੰਥਕ ਜਿੰਨੇ ਵੀ ਸਾਰੇ ਆਗੂ ਨੇ ਸਾਰੇ ਚੁੱਪ ਨੇ। ਕਿੱਥੇ ਨੇ ਧੁੰਮਾ ਸਾਹਿਬ, ਕਿੱਥੇ ਨੇ ਧੁੰਮਾ ਸਾਹਿਬ? ਧੁੰਮਾ ਸਾਹਿਬ ਵੀ ਇਸ ਮਸਲੇ ਤੇ ਚੁੱਪ ਆ, ਬਾਬਾ ਦਾਦੂਵਾਲ ਇਸ ਮਸਲੇ ਤੇ ਚੁੱਪ ਆ, ਹੋਰ ਕਿੰਨੀਆਂ ਪੰਥਕ ਜਥੇਬੰਦੀਆਂ ਇਸ ਮਸਲੇ ਤੇ ਚੁੱਪ ਆ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦੇ ਮਾਮਲੇ ਤੇ ਹਨਾ ਕਿੱਥੇ ਨੇ? ਬਹੁਤ ਸਾਰੇ ਸਾਰੇ ਚੁੱਪ ਨੇ। ਤੇ ਜਿਹੜੀਆਂ ਸੁਹਿਰਦ ਨੇ, ਚਲੋ ਚੰਗੀ ਗੱਲ ਉਹ ਲੱਗੀਆਂ ਹੋਈਆਂ ਨੇ। ਖੈਰ, ਪ੍ਰੈਸ ਕਾਉਂਸਲ ਆਫ ਇੰਡੀਆ ਨੇ ਉਪ ਰਾਜਪਾਲ ਨੂੰ ਚਿੱਠੀ ਲਿਖੀ ਹੈ, ਕਸ਼ਮੀਰ ਪ੍ਰੈਸ ਕਲੱਬ ਦੀ ਮਾਨਤਾ ਰੱਦ ਹੋਈ ਹੈ, ਉਹ ਕਿਹਾ ਗੈਰ ਜਮਹੂਰੀ। ਕੀ ਕਹਿਣਾ ਚਾਹੋਗੇ? ਹਾਂ, ਕਸ਼ਮੀਰ ਪ੍ਰੈਸ ਕਲੱਬ ਚਾਵਲਾ ਸਾਹਿਬ ਮੀਡੀਆ ਦਾ ਪ੍ਰੈਸ ਕਲੱਬ ਕਾਫੀ ਵੱਡਾ ਹੈਗਾ। ਉਹਦੀ ਬਿਲਡਿੰਗ ਸੀ, ਆਪਣੀ ਬਿਲਡਿੰਗ ਹੈਗੀ ਆ, ਤੇ ਉਹ ਭਵਨ ਆ ਉਹਨਾਂ ਦਾ ਇੱਕ ਪ੍ਰੈਸ ਭਵਨ। ਤੇ ਉੱਥੇ ਉਹਨਾਂ ਦੀ ਜਿਹੜਾ ਪ੍ਰੈਸ ਕਲੱਬ ਹੈਗਾ ਉਹਦੀ ਜੰਮੂ ਕਸ਼ਮੀਰ ਸਰਕਾਰ ਨੇ ਮਾਨਤਾ ਰੱਦ ਕਰ ਦਿੱਤੀ ਹੈ। ਪ੍ਰੈਸ ਕਾਉਂਸਲ ਆਫ ਇੰਡੀਆ ਨੇ ਚਿੱਠੀ ਲਿਖੀ ਆ ਜੰਮੂ ਕਸ਼ਮੀਰ ਦੇ ਰਾਜਪਾਲ ਨੂੰ, ਉਪ ਰਾਜਪਾਲ ਨੂੰ, ਕਿ ਇਹ ਤੁਸੀਂ ਕੀ ਕੀਤਾ, ਇਹ ਗੈਰ ਜਮਹੂਰੀਅਤ ਕਾਰਵਾਈ ਹੈ। ਕਿਉਂ ਕੀਤੀ ਹੈ ਉਹਦੀ ਰੱਦ? ਭਵਨ ਤੇ ਵੀ ਕਬਜ਼ਾ ਕਰ ਲਿਆ ਸਰਕਾਰ ਨੇ, ਜਿਹੜਾ ਕਿ ਪ੍ਰੈਸ ਭਵਨ ਸੀਗਾ ਉਹਦੇ ਵੀ ਕਬਜ਼ਾ ਕਰ ਲਿਆ। ਇਹ ਆਪਾਂ ਇਦਾਂ ਕਿੱਦਾਂ ਜਸਟੀਫਾਈ ਕਰਾਂਗੇ ਜੰਮੂ ਕਸ਼ਮੀਰ ਵਿੱਚ ਸਾਰਾ ਕੁਝ ਠੀਕ ਚੱਲ ਰਿਹਾ ਜੇਕਰ ਤੁਸੀਂ ਪ੍ਰੈਸ ਦੇ ਉੱਤੇ ਇਦਾਂ ਕਰ ਰਹੇ ਹੋ, ਮੀਡੀਆ ਤੇ ਤੁਸੀਂ ਮੀਡੀਆ ਦੇ ਜਥੇਬੰਦੀ ਨੂੰ ਤੁਸੀਂ ਰੱਦ ਕਰਨ ਲੱਗੇ ਹੋਏ ਹੋ? ਕੀ ਇਹਦਾ ਚੋਣਾਂ ਹੋਣੀਆਂ ਸੀ ਹੁਣ? ਚਾਵਲਾ ਸਾਹਿਬ ਨੇੜੇ ਸੀਗੀਆਂ ਅੱਜ ਕੱਲ੍ਹ 'ਚ, ਉਹਨਾਂ ਦਾ ਕਾਗਜ਼ ਭਰੇ ਜਾਣੇ ਸੀਗੇ, ਅੱਗੇ ਚੋਣਾਂ ਹੋਣੀਆਂ ਸੀਗੀਆਂ, ਚੋਣਾਂ ਹੋਣ ਤੋਂ ਬਾਅਦ ਫਿਰ ਨਵੀਂ ਬੋਲੀ ਹੋਣੀ ਸੀਗੀ। ਉਸ ਤੋਂ ਪਹਿਲਾਂ ਹੀ ਉਹਨਾਂ ਨੇ ਇਹ ਮਾਨਤਾ ਰੱਦ ਕਰ ਦਿੱਤੀ ਹੈ। ਪਤਾ ਲੱਗਿਆ ਕਿ ਕੁਝ ਬੰਦੇ ਸੀਗੇ ਜਿਹੜੇ ਬੀਜੇਪੀ ਦੇ ਨੇੜੇ ਤੇ ਪੱਤਰਕਾਰ ਕੁਛ ਹੈਗੇ ਨੇ, ਕੋਈ ਹਰ ਥਾਂ ਤੇ ਹੁਣ ਤਾਂ ਪੱਤਰਕਾਰ ਸਿਆਸੀ ਪਾਰਟੀਆਂ ਦੇ ਹੈਗੇ ਨੇ ਜੀ, ਹੁਣ ਤਾਂ ਸਿਆਸੀ ਪੱਤਰਕਾਰ ਹੈਗੇ ਨੇ ਤੇ ਹਰ ਥਾਂ ਤੇ ਮਿਲਦੇ ਆ। ਤੁਹਾਨੂੰ ਹਰ ਜ਼ਿਲ੍ਹੇ ਵਿੱਚ ਹਰ ਕਸਬੇ ਸਿਆਸੀ ਪੱਤਰਕਾਰ ਆਮ ਹੇੜਾਂ ਵੱਧੇ ਮਿਲਦੇ ਆ। ਇੱਥੇ ਵੀ ਸਿਆਸੀ ਪੱਤਰਕਾਰ ਸੀਗੇ ਜਿਹੜੇ ਕਿ ਚਾਹੁੰਦੇ ਸੀਗੇ ਉਹਦੇ ਕਬਜ਼ਾ ਕਰ ਲਈਏ ਅਸੀਂ, ਪਰ ਨਰੋਲ ਜਿਹੜੇ ਪੱਤਰਕਾਰ ਸੀਗੇ ਉਹਨਾਂ ਦੀ ਜਥੇਬੰਦੀ ਕਾਫੀ ਮਜ਼ਬੂਤ ਹੈਗੀ ਆ ਉੱਥੇ, ਤੇ ਉਹਨਾਂ ਦਾ ਕਬਜ਼ਾ ਸੀਗਾ ਉੱਥੇ, ਤੇ ਉਹ ਮਾਨਤਾ ਰੱਦ ਕਰ ਦਿੱਤੀ ਹੈ ਉਹਦੀ। ਪ੍ਰੈਸ ਕਾਉਂਸਲ ਆਫ ਇੰਡੀਆ ਨੇ ਕਿਹਾ ਕਿ ਦੁਬਾਰਾ ਵਿਚਾਰੋ ਇਹ ਤੁਸੀਂ ਗਲਤ ਕੀਤਾ ਹੈ, ਗੈਰ ਜਮਹੂਰੀ ਹੈ। ਵਧੀਆ ਪ੍ਰੈਸ ਕਾਉਂਸਲ ਆਫ ਇੰਡੀਆ ਵੱਲੋਂ ਸੰਗਿਆਨ ਲਿਆ ਗਿਆ। ਚਾਵਲਾ ਸਾਹਿਬ ਇਹ ਚੰਗੀ ਗੱਲ ਹੈਗੀ ਆ, ਇਦਾਂ ਦੇ ਮੁੱਦੇ ਤੇ ਪ੍ਰੈਸ ਕਾਉਂਸਲ ਆਫ ਇੰਡੀਆ ਨੂੰ ਗੱਲ ਕਰਨੀ ਚਾਹੀਦੀ ਸੀਗੀ ਤੇ ਕੀਤੀ ਹੈ, ਚੰਗਾ ਕੀਤਾ ਉਹਨਾਂ ਨੇ। ਬਹੁਤ ਵੱਡੀ ਗੱਲ ਤੁਸੀਂ ਕੀ ਹੈ ਕਿ ਪਾਰਟੀਆਂ ਦੇ ਪੱਤਰਕਾਰ ਨੇ, ਕਿਆ ਬਾਤ ਹੈ। ਮੈਂ ਪਿਛਲੇ 25 ਸਾਲ ਤੋਂ ਮੇਰੀ ਨਾ ਰੂਹ ਦੀ ਖੁਰਾਕ ਹੈ ਆਰਟੀਕਲ ਬਲੌਗਸ ਪੜ੍ਹਨੇ ਤੇ ਸਰੋਤਿਆਂ ਨੂੰ ਸੁਣਾਉਣੇ ਤੇ ਸਟੋਰੀਆਂ ਸੁਣਾਉਣੀਆਂ, ਹੈ ਨਾ, ਕੁਝ ਵੱਖਰਾ ਕਰਨ ਦੀ ਕੋਸ਼ਿਸ਼। ਉਹਦੇ ਵਿੱਚ ਮੈਂ ਵੇਖਿਆ ਬਹੁਤ ਸਾਰੇ ਸੰਜੀਦਾ ਲਿਖਣ ਵਾਲੀਆਂ ਕਲਮਾਂ ਵੀ ਜਿਹੜੀਆਂ ਨੇ ਨਾ, ਉਹ ਪਤਾ ਨਹੀਂ ਕੀ ਇਹ ਸਮੇਂ ਨੇ ਕੀ ਕਰਵਟ ਲੈ ਲਈ ਹੈ। ਹਾਂਜੀ, ਉਹ ਚਾਲ ਚੇਂਜ ਜੀ ਨਜ਼ਰ ਆ ਰਹੀ ਉਹਨਾਂ ਦੀ। ਖੈਰ, ਸਤਿਗੁਰੂ ਕਿਰਪਾ ਬਣਾਈ ਰੱਖਿਆ ਜੀ, ਤੇ ਆਗਿਆ ਲੈਂਦੇ ਆ ਕਿਦਾ ਸਾਹਿਬ ਤੁਹਾਡੇ ਕੋਲੋਂ, ਫਿਰ ਮਿਲਦੇ ਆ। ਬਹੁਤ ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ, ਥੈਂਕ ਯੂ ਵੈਰੀ ਮਚ।
ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।